ਬਦਲਾਖੋਰੀ ਤੇ ਬਣੇ ਜਾਂਚ ਕਮਿਸ਼ਨ ਨੇ ਆਪਣੀ ਇੱਕ ਹੋਰ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਹੈ। 5ਵੀਂ ਅੰਤਰਿਮ ਰਿਪੋਰਟ ਆ। ਇਸ ਰਿਪੋਰਟ 'ਚ ਚਰਚਾ ਹੋ ਰਿਹਾ ਸੁਖਬੀਰ ਸਿੰਘ ਬਾਦਲ ਤੇ ਬਲਜੀਤ ਸਿੰਘ ਦਾਦੂਵਾਲ ਦਾ। ਸਾਡੇ ਨਾਲ ਜਾਂਚ ਕਮਿਸ਼ਨ ਦੇ ਮੁਖੀ ਮਹਿਤਾਬ ਸਿੰਘ ਗਿੱਲ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਹੇ ਨੇ, ਉਹ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਰਿਪੋਰਟ 'ਚ ਹੋਰ ਕੀ ਹੈ ਔਰ ਕਿਹੜੀਆਂ ਵੱਡੀਆਂ ਕੰਪਲੇਂਟ ਆ ਰਹੀਆਂ ਨੇ ਪੰਜਾਬ ਦੇ ਅੰਦਰੋਂ ਵੱਖ-ਵੱਖ ਲੀਡਰਾਂ ਦੇ ਖਿਲਾਫ ਜਾਂ ਹੋਰ ਲੋਕਾਂ ਦੇ ਖਿਲਾਫ। ਸਾਡੇ ਨਾਲ ਨੇ ਮਹਿਤਾਬ ਸਿੰਘ ਗਿੱਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਜਿਹੜੀ 5ਵੀਂ ਰਿਪੋਰਟ ਦੇ ਅੰਦਰ ਦੋ ਇੰਪੋਰਟੈਂਟ ਚੀਜ਼ਾਂ ਨੇ, ਕਿਸ ਆਧਾਰ ਦੇ ਉੱਤੇ ਤੁਸੀਂ ਜਿਹੜੀ ਵਿਜੇ ਸਿਆਲ ਆਫਿਸਰ ਆ ਉਹਨਾਂ ਦੀ FIR ਰੱਦ ਕੀਤੀ ਹੈ? ਸੁਖਬੀਰ ਬਾਦਲ ਦੇ ਸੰਦਰਭ ਦੇ ਅੰਦਰ ਕੋਈ ਬੱਸ ਦਾ ਚਲਾਨ ਸੀ, ਕੀ ਸੀ ਇਹ ਪੂਰਾ ਮਾਮਲਾ ਦੱਸੋਗੇ? ਇਹ ਜਿਹੜੀ ਰਿਪੋਰਟ ਦਿੱਤੀ ਹੈ ਨਾ ਜੀ, 5ਵੀਂ ਰਿਪੋਰਟ ਇਹ ਹੈਗੀ ਹੈ। ਅਸੀਂ 159 ਕੇਸਿਸ ਦੀ ਰਿਪੋਰਟ ਦਿੱਤੀ ਹੈ, ਜਿਹੜੀ ਕੱਲ੍ਹ ਮੈਂ CM ਸਾਹਿਬ ਨੂੰ ਸੌਂਪ ਕੇ ਆਇਆ। ਉਹਦੇ ਵਿੱਚੋਂ ਅਸੀਂ 118 ਕੇਸ ਡਿਸਮਿਸ ਕਰਤੇ। ਜਾਂ ਤਾਂ ਜੂਰਿਸਡਿਕਸ਼ਨ ਹੈ ਨਹੀਂ ਸੀਗੀ ਸਾਡੇ ਕੋਲ, ਜਾਂ ਆਪਣਾ ਕੀ ਉਹ ਮੈਰਿਟ 'ਤੇ ਨਹੀਂ ਬਣਦੇ ਸੀਗੇ ਸਾਡੇ ਸੁਣਦੇ। ਇਹਨਾਂ ਵਿੱਚੋਂ ਅਸੀਂ ਜਿਹੜੇ ਬਾਕੀ ਕੇਸਿਸ ਹੈਗੇ ਨੇ ਉਹਨਾਂ ਨੂੰ ਅਸੀਂ ਕਿਹਾ ਹੈਗਾ ਵੀ 41 ਕੇਸਿਸ ਨੇ ਵੀ ਇਹਦੇ ਵਿੱਚ ਜਾਂ ਤਾਂ FIR ਕੈਂਸਲ ਕਰੋ ਜਾਂ ਰੀਇਨਵੈਸਟੀਗੇਸ਼ਨ ਕਰੋ, ਕਿਉਂਕਿ ਉਹਨਾਂ 'ਚ ਹਰੇ ਚਲਾਨ ਨਹੀਂ ਪੇਸ਼ ਹੋਇਆ ਸੀਗਾ। ਇਹਨਾਂ 'ਚੋਂ ਦੋ ਬੜੇ ਇੰਪੋਰਟੈਂਟ ਕੇਸ ਨੇ ਜਿਹੜੇ ਵਿੱਚੋਂ ਨਿਕਲੇ। ਇੱਕ ਤਾਂ ਸੀਗੇ ਸਰ ਸ਼੍ਰੀ ਬਲਜੀਤ ਸਿੰਘ ਦਾਦੂਵਾਲ, ਉਹਨਾਂ ਭਾਈ ਬਲਜੀਤ ਸਿੰਘ ਹੋਰਾਂ ਦਾ। ਉਹਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ, ਭਾਈ ਬਲਜੀਤ ਸਿੰਘ ਹੋਰਾਂ ਨੇ ਸਾਡੇ ਕੋਲ, ਅਤੇ ਪੈਨ ਡਰਾਈਵ ਵੀ ਲੈ ਕੇ ਆਏ ਸੀਗੇ, ਜਿਹਦੇ ਵਿੱਚ ਅਸੀਂ ਪੈਨ ਡਰਾਈਵ ਅਸੀਂ ਵੀ ਸੁਣਿਆ ਹੈਗਾ। ਅਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਉਹਨਾਂ ਦੀ ਜ਼ਮਾਨਤ ਲਿੱਤੀ ਸੀਗੀ, ਉਹਨਾਂ ਨੇ ਵੀ ਸੁਣਿਆ ਸੀਗਾ। ਅਤੇ ਉਹਦੇ ਵਿੱਚ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕਹੀ ਜਿਹਦੀ ਦੇਸ਼ ਧਰੋਹੀ ਹੋਵੇ ਜਾਂ ਜਿਹਨੂੰ ਕਹਿੰਦੇ ਆਪਾਂ ਸੈਡੀਸ਼ੀਅਸ ਹੋਵੇ। ਅਤੇ ਹਾਈ ਕੋਰਟ ਵਾਲੇ ਜਿਹੜਾ ਆਰਡਰ ਸੀਗਾ ਉਹ ਕ੍ਰਿਮੀਨਲ ਮਿਸਲੀਨੀਅਸ ਨੰਬਰ M3180 of 2016 ਵਿੱਚ ਮਾਨਯੋਗ ਹਾਈ ਕੋਰਟ ਨੇ ਆਹ ਗੱਲ ਕਹੀ ਹੈਗੀ ਹੈ, ਜਿਹੜੀ ਮੈਂ ਪੜ੍ਹ ਕੇ ਸੁਣਾਉਣਾ ਹੈਗਾ। ਜੇ ਕੈਮਰਾ ਤੁਸੀਂ ਨੇੜੇ ਲੈ ਕੇ ਆਉਣਾ ਤਾਂ ਕਹਿੰਦਾ ਮੈਂ ਪੜ੍ਹ ਕੇ ਸੁਣਾ ਦਿੰਦਾ ਹੈਗਾ। ਇਹ the entire ਇੰਪੋਰਟੈਂਟ ਹਿੱਸਾ ਸੁਣਾ ਦਿਓ ਸਰ। ਇੰਪੋਰਟੈਂਟ ਸਿਰਫ 5-6 ਲਾਈਨ। The entire speech delivered by the petitioner, petitioner was Baljit Singh, has been placed on record as Annexure P2. As per the contents of the speech, the petitioner has stated that in the presence of sacred Guru Shri Guru Granth Sahib Ji, all persons attending the congregation should forget about the individual grievances, and all the sects of Akali Dal, that is Shromani Akali Dal Amritsar, Shromani Akali Dal 1920, Independent Akali Dal, United Akali Dal Khalsa, are requested to work for the welfare of the Khalsa, and that he should be called as Pai and not Sant or Baba. Now, this is important, what I'm going to read. Not even a single word is an attempt for waging or abetting to wage war against government of India or promoting enmity between the different groups. ਇਹ ਹਾਈ ਕੋਰਟ ਨੇ ਹੋਲਡ ਕੀਤਾ ਹੈ। ਅਸੀਂ ਵੀ ਪੈਨ ਡਰਾਈਵ ਸੁਣੀ ਸੀ, ਕੁਛ ਨਹੀਂ ਉਹਨਾਂ ਨੇ ਇਹ ਗੱਲ ਕਹੀ, ਕੁਛ ਉਹਨਾਂ ਨੇ ਇਹ ਗੱਲ ਨਹੀਂ ਕਹੀ ਜਿਹੜੀ ਕਿ ਸੈਡੀਸ਼ੀਅਸ ਹੋਵੇ। ਫਿਰ ਅਸੀਂ ਕਿਹਾ ਹਾਈ ਕੋਰਟ ਦੀ ਬਣਾ ਤੇ, ਦਾ ਮਤਲਬ ਹਾਈ ਕੋਰਟ ਦੀ ਬਣਾ ਦੇ ਉੱਤੇ ਕੀਤਾ। ਅਸੀਂ ਵੀ ਕਨਵਿੰਸ ਹੋਏ ਅਤੇ ਹਾਈ ਕੋਰਟ ਦੇ ਆਰਡਰ ਤੋਂ ਅਸੀਂ ਬੜੀ ਸਪੋਰਟ ਲਿੱਤੀ ਹੈਗੀ ਹੈ, ਕਿਉਂਕਿ ਉਹਨਾਂ ਨੇ ਵੀ P2 ਹੈ ਪੈਨ ਡਰਾਈਵ ਸੁਣੀ ਹੈ ਹਾਈ ਕੋਰਟ ਜੱਜ ਸਾਹਿਬ ਨੇ। ਅੱਛਾ, ਸੁਖਬੀਰ ਸਿੰਘ ਬਾਦਲ ਦੇ ਮਾਮਲੇ ਬੜੇ ਚਰਚਾ 'ਚ ਰਹੇ ਨੇ, ਉਹਨਾਂ ਦੀ ਔਰਬਿਟ ਬੱਸ ਬੜੀ ਚਰਚਾ 'ਚ ਰਹੀ ਹੈ, ਮੋਗਾ ਬੱਸ ਕਾਂਡ ਹੋਇਆ। ਹੁਣ ਇਹ ਜਿਹੜੀ ਤੁਸੀਂ ਵਿਜੇ ਸਿਆਲ ਸਬ ਡਿਵੀਜ਼ਨਲ ਜਿਹੜੇ ਮੈਜਿਸਟਰੇਟ ਸੀਗੇ, ਇਹਨਾਂ ਦੀ FIR ਰੱਦ ਕੀਤੀ ਹੈ, ਇਹ ਕੀ ਮਾਮਲਾ ਗਾ? ਇਹ ਜਿਹੜਾ ਸੀਗਾ ਨਾ, ਇਹ ਸੀਗਾ ਮਿਸਟਰ ਵਿਜੇ ਕੁਮਾਰ ਸਿਆਲ ਨੇ, ਇਹ ਹੀ ਵਾਜ਼ ਦਾ SDM ਫਰੀਦਕੋਟ ਲੱਗੇ ਹੋਏ ਸੀਗੇ। ਇਹਨਾਂ ਨੇ ਸਾਡੇ ਕੋਲ ਆ ਕੇ ਕੰਪਲੇਂਟ ਫਾਈਲ ਕੀਤੀ ਵੀ ਮੇਰੇ 'ਤੇ ਜਿਹੜਾ ਵਿਜੀਲੈਂਸ ਵਾਲਿਆਂ ਨੇ ਕੇਸ ਬਣਾਇਆ ਇਹ ਝੂਠਾ ਬਣਾਇਆ, ਇਸ ਕਰਕੇ ਬਣਾਇਆ ਕਿਉਂਕਿ ਮੈਂ ਔਰਬਿਟ ਬੱਸ ਦਾ ਚਲਾਨ ਕਰਤਾ ਸੀਗਾ, ਐਂਡ ਆਊਟ ਆਫ ਵੈਂਜੈਂਸ ਐਂਡ ਵੈਂਡੇਟਾ ਵਿਜੀਲੈਂਸ ਨੇ ਇਹਨਾਂ 'ਤੇ ਕੇਸ ਦਰਜ ਕੀਤਾ ਸੀਗਾ, ਐਂਡ ਆਊਟ ਆਫ ਵੈਂਡੇਟਾ 420 467 ਦਾ ਕੇਸ IPC ਦਾ ਸਾਡੇ 'ਤੇ ਕੇਸ ਇਨਕਲੂਡਿੰਗ ਇਹਨਾਂ ਨੇ ਸਾਡੇ 'ਤੇ ਬਠਿੰਡੇ ਵਿਜੀਲੈਂਸ ਨੇ ਕਰਤਾ। ਇਹਨਾਂ ਨੇ ਗਵਾਹ ਲੈ ਕੇ ਆਏ, 5 ਗਵਾਹ ਲੈ ਕੇ ਆਏ, ਜਿਨ੍ਹਾਂ ਨੇ ਉਹਨਾਂ ਨੇ ਸਾਡੇ ਕੋਲ ਗਵਾਹੀ ਦਿੱਤੀ ਹੈ। ਪੰਜਾਂ ਨੇ ਗਵਾਹੀਆਂ ਨੇ ਦਿੱਤੀਆਂ। ਇਹਨਾਂ ਨੇ ਆਪਦੀ ਸਟੇਟਮੈਂਟ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਪੋਲੀਟੀਕਲ ਵੈਂਡੇਟਾ ਕਰਕੇ ਕੀਤਾ ਸੀ, ਕਿਉਂਕਿ ਇਹ ਔਰਬਿਟ ਬੱਸ ਦਾ ਚਲਾਨ ਕੀਤਾ ਸੀਗਾ। ਇਹ FIR ਅਸੀਂ ਇਨਵੈਸਟੀਗੇਟ ਕੀਤਾ ਕਿ ਵਾਕਈ ਇਹਨਾਂ ਨੇ ਚਲਾਨ ਕੀਤਾ ਸੀ। ਹਾਂ,
there's documents on record, there are documents on record that yes ਚਲਾਨ ਇਹਨੇ ਕੀਤਾ ਸੀਗਾ। ਐਂਡ ਇਹ ਕੇਸ ਸੀਗਾ FIR ਸੀਗੀ 5/4/2016 ਦੀ। ਅਸੀਂ ਜਦੋਂ ਇਨਵੈਸਟੀਗੇਟਿੰਗ ਆਫਿਸਰ ਆਇਆ ਤੇ ਉਹਨੂੰ ਪੁੱਛਿਆ, 2 ਇਨਵੈਸਟੀਗੇਟਿੰਗ ਆਫਿਸਰ ਇਹਦੇ 'ਚ ਆਏ, ਦੋਨਾਂ ਨੂੰ ਪੁੱਛਿਆ ਵੀ ਤੁਸੀਂ ਇੰਨੀ ਦੇਰੀ ਕਿਉਂ ਕੀਤੀ ਹੈ, ਕਿਉਂ ਨਹੀਂ ਚਲਾਨ ਪੇਸ਼ ਕੀਤਾ। ਦੋਨਾਂ ਨੇ ਇਹ ਗੱਲ ਕਬੂਲ ਤਾਂ ਨਹੀਂ ਕੀਤੀ, ਪਰ ਉਹ ਤਕਰੀਬਨ ਅਸੀਂ ਉਹਨਾਂ ਦੀ ਗੱਲ ਤੋਂ ਸਮਝ ਗਏ ਵੀ ਇਹ ਗੱਲ ਗਲਤ ਹੈਗੀ ਆ, ਕਿਉਂਕਿ ਉਹਨਾਂ ਦੇ ਰਿਕਾਰਡ ਦੇ ਮੁਤਾਬਕ ਜਾਣਾ ਸੀਗਾ। ਸੋ ਅਲਟੀਮੇਟਲੀ ਉਹਨਾਂ ਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਏ। ਉਹਨਾਂ ਨੇ ਕਿਹਾ ਜੀ ਚਲਾਨ ਪੇਸ਼ ਨਹੀਂ ਕੀਤਾ, ਇਨਵੈਸਟੀਗੇਸ਼ਨ ਹੈ ਵਿੱਚ ਜਾ ਰਿਹਾ ਹੈਗਾ, ਅਤੇ ਅਸੀਂ ਫਿਰ ਕਿਹਾ ਵੀ ਯੈਸ ਦਿਸ FIR ਸ਼ੁੱਡ ਬੀ ਕੁਐਸ਼ਡ। ਅਕਾਲੀ ਦਲ ਦੇ ਕੁਝ ਹੋਰ ਵੀ ਵੱਡੇ ਲੀਡਰਾਂ ਖਿਲਾਫ ਸਾਨੂੰ ਪਤਾ ਲੱਗਿਆ ਕੰਪਲੇਂਟਸ ਆਈਆਂ ਨੇ, ਕਿਹੜੇ ਲੀਡਰ ਨੇ ਉਹ ਔਰ ਕੀ ਕੰਪਲੇਂਟਸ ਨੇ? ਉਹ ਦੇਖੋ ਜੀ, ਸਭ ਤੋਂ ਜ਼ਿਆਦੀਆਂ ਤਾਂ ਜਿਹੜੀਆਂ ਆਈਆਂ ਨੇ ਜੀ ਵਿਰਸਾ ਸਿੰਘ ਵਲਟੋਆ ਅਤੇ ਸੁੱਚਾ ਸਿੰਘ ਲੰਗਾਹ, ਉਹ ਤਾਂ ਭਰੀਆਂ ਪਈਆਂ ਨੇ, ਅਸੀਂ ਛੇੜੀਆਂ ਨਹੀਂ ਗਿਆ। ਅਸੀਂ ਕਿਹਾ ਹਾਲੇ ਮੌਕਾ ਹੈਗਾ, ਜਿਹੜੇ ਲੋਕਾਂ ਨੂੰ ਪਹਿਲਾਂ ਜਿਨ੍ਹਾਂ ਦੇ ਚਲਾਨ ਨਹੀਂ ਪੇਸ਼ ਹੋਏ ਉਹਨਾਂ ਨੂੰ ਪਹਿਲਾਂ ਰਿਲੀਫ ਦੇ ਦਈਏ। ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਕੰਪਲੇਂਟਸ ਵਿਰਸਾ ਸਿੰਘ ਵਲਟੋਹਾ ਤੇ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਪਰਸਨਲ ਦੇ ਹੈਵ ਰਿਟਨ ਅਬਾਊਟ ਇਟ। ਉਹਨਾਂ ਦੇ ਵਿਰਸਾ ਸਿੰਘ ਵਲਟੋਹਾ ਦੇ ਪਿੰਡ 'ਚੋਂ ਕੰਪਲੇਂਟਾਂ ਆਈਆਂ ਨੇ ਸਾਡੇ ਕੋਲ। ਜਿਵੇਂ ਕੰਪਲੇਂਟ ਦੀ ਨੇਚਰ ਕੀ ਹੈਗੀ? ਕੰਪਲੇਂਟਸ ਦੀ ਨੇਚਰ ਹੈ ਜੀ, ਅਸੀਂ ਕਾਂਗਰਸ ਨੂੰ ਸ਼ਿਫਟ ਕਰਨਾ ਚਾਹੁੰਦੇ ਸੀਗੇ, ਸਾਡੇ 'ਤੇ ਇਹ ਝੂਠਾ ਪਰਚਾ ਨੇ ਵਲਟੋਏ ਨੇ। ਅਸੀਂ ਅਕਾਲੀ ਸੀ ਜੀ, ਮੈਂ ਬਲਾਕ ਲੈਵਲ ਦਾ ਪ੍ਰਧਾਨ ਸੀਗਾ ਉਸ ਵੇਲੇ ਅਕਾਲੀ ਦਲ ਦਾ, ਪਰ ਮੈਂ ਛੱਡਣਾ ਚਾਹੁੰਦਾ ਸੀਗਾ ਅਕਾਲੀ ਦਲ, ਅਤੇ ਆ ਝੂਠਾ ਕੇਸ ਸਾਡੇ 'ਤੇ ਪਾਤਾ, ਪਰ ਹਲੇ ਉਹ ਟੱਚ ਨਹੀਂ ਕੀਤੇ ਅਸੀਂ। ਸੁੱਚਾ ਸਿੰਘ ਲੰਗਾਹ ਤੇ ਕਿਸ ਤਰ੍ਹਾਂ ਦੀਆਂ, ਉਹਨਾਂ ਦੀ ਨੇਚਰ ਕੀ ਹੈਗੀ? ਸੁੱਚਾ ਸਿੰਘ ਲੰਗਾਹ ਵੀ ਉਹੀ ਕੇਸ ਨੇ ਬਈ ਉਹ ਧੱਕਾ ਕਰਦਾ ਸੀਗਾ ਸਾਰਿਆਂ ਨਾਲ, ਬਈ ਤੁਸੀਂ ਅਕਾਲੀ ਦਲ ਸ਼ਾਮਲ ਹੋ ਜਾਓ, ਤੁਸੀਂ ਨਹੀਂ ਸ਼ਾਮਲ ਹੋਵੋਗੇ ਅਤੇ ਪਰਚਾ, ਜਿਹੜੇ ਬੰਦੇ ਮੈਟਰ ਕਰਦੇ ਸੀ ਹਰੇਕ ਨਾਲ ਤਾਂ ਨਹੀਂ ਸੀ, ਅਤੇ ਪਰਚੇ ਬਣਾ ਤੇ ਉਹਨਾਂ 'ਤੇ। ਉਹ ਵੀ ਵੀ ਵਿਲ ਟੇਕ ਦਮ ਅਪ ਐਟ ਦ ਅਪਰੋਪਰੀਏਟ ਟਾਈਮ, ਨਾਟ ਜਸਟ ਨਾਓ। ਹਾਲੇ ਨਹੀਂ ਗਾ ਅਸੀਂ ਟੱਚ ਨਹੀਂ ਕੀਤਾ ਉਹ ਕੇਸਾਂ ਨੂੰ। ਵੀ ਵਿਲ ਕਮ ਐਂਡ ਦੈਨ ਵੀ ਵਿਲ ਪ੍ਰੋਬਬਲੀ ਥਿੰਕਿੰਗ ਆਫ ਕਾਲਿੰਗ ਦੀਜ਼, ਵੀ ਵਿਲ ਕਾਲ ਦ ਪੋਲੀਟੀਕਲ ਲੀਡਰਸ ਐਂਡ ਆਸਕ ਦੈਮ ਵੀ ਦੱਸੋ ਜੀ ਆਹ ਹੈਗਾ, ਇਹਦੇ ਸੱਚ ਹੈ ਕਿ ਝੂਠ ਹੈ। ਅਸੀਂ ਉਹਨਾਂ ਰਿਕਾਰਡ ਕਰਾਂਗੇ ਸਟੇਟਮੈਂਟਸ ਅਸੀਂ ਉਹਨਾਂ ਦੀ। ਪਰ ਅਕਾਲੀ ਦਲ ਦੇ ਲੀਡਰਾਂ ਦੇ ਤੁਸੀਂ ਨਾਂ ਲੈ ਰਹੇ ਹੋ, ਦੂਜੇ ਪਾਸੇ ਅਕਾਲੀ ਦਲ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਤਾਂ ਤੁਹਾਡੀ ਕੋਠੀ 'ਚ ਰਹਿੰਦੇ ਰਹੇ ਨੇ, ਮਹਿਤਾਬ ਸਿੰਘ ਗਿੱਲ ਕੀ ਬੋਲਣਗੇ, ਉਹ ਕੀ ਕਿਉਂ ਬੋਲਦੇ ਨੇ, ਉਹਨਾਂ ਦੀ ਕੋਠੀ 'ਚ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਰਹੇ ਨੇ। ਦੇਖੋ ਜੀ, 2013 ਦੀ ਜਦੋਂ ਬਾਈ ਇਲੈਕਸ਼ਨ ਹੋਈ ਸੀਗੀ ਮੋਗੇ ਦੀ, ਉਦੋਂ ਕੈਪਟਨ ਸਾਹਿਬ 20 ਦਿਨ ਮੇਰੇ ਘਰ ਰਹੇ ਨੇ ਮੋਗੇ, ਅਤੇ ਹੁਣ ਮੈਂ ਇੱਕ ਉਹਨਾਂ ਦੀ ਗੱਲ ਹੀ ਕਰਦਾ। ਇੱਕ ਇਹਨਾਂ ਨੇ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇ ਅੰਦਰ ਇਹ ਗੱਲ ਹੈਗੀ ਹਾਂ, 12 ਜਨਵਰੀ 2018 ਨੂੰ ਮੈਮੋਰੈਂਡਮ ਦਿੱਤਾ ਰਾਜਪਾਲ ਸਾਹਿਬ ਨੂੰ। ਉਹਦੇ ਵਿੱਚ ਇਹਨਾਂ ਨੇ ਅਖੀਰਲੇ ਪੈਰੇ 'ਤੇ ਇਹ ਲਿਖਿਆ, ਜੇ ਤੁਸੀਂ ਕੈਮਰਾ ਇੱਥੇ ਲੈ ਆਓ ਅਤੇ ਮੈਂ ਆਪਣਾ ਕੀ ਕਹਿੰਦਾ ਤੁਹਾਨੂੰ ਦਿਖਾਵਾਂ, ਸਰ ਸੁਖਬੀਰ ਸਿੰਘ ਹੋਰਾਂ ਦੇ ਦਸਤਖਤ ਨੇ, ਅਤੇ ਵਿਜੇ ਸਾਂਪਲਾ ਸਾਹਿਬ ਦੇ ਇੱਥੇ ਦਸਤਖਤ ਤਾਂ ਨਹੀਂ ਗੇ, ਪਰ ਨੇਮ ਇਜ਼ ਰਿਟਨ। ਇਹਦੇ ਵਿੱਚ ਦੇਖੋ ਕੀ ਲਿਖਿਆ, ਜਿਨ੍ਹਾਂ ਨੇ ਫਰਵਰੀ 2013 ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ ਆਪਣਾ ਘਰ ਵੀ ਕਿਰਾਏ ਉੱਤੇ ਦਿੱਤਾ ਸੀ। ਹੁਣ ਜੇ ਮੈਂ ਕਿਰਾਏ 'ਤੇ ਘਰ ਦੇਤਾ ਅਤੇ ਕੀ ਗੁਨਾਹ ਕਰਤਾ ਮੈਂ? ਇਹ ਦੱਸੋ ਮੈਂ ਕੀ ਗੁਨਾਹ ਕੀਤਾ ਇਹਦੇ 'ਚ? ਇਹੀ ਮੇਰੇ ਬਰਖਲਾਫ ਹੈ। ਜਿਹੜੇ ਸਾਰੇ ਜਿਹੜੇ ਕਿਰਾਏ 'ਤੇ ਘਰ ਲੈਂਦੇ ਨੇ, ਉਹ ਕਿਰਾਏ 'ਤੇ ਦਿੰਦੇ ਨੇ ਘਰ, ਉਹ ਸਾਰੇ ਗੁਨਾਹਗਾਰ ਫਿਰ ਹੋ ਗਏ। ਫਿਰ ਇਹ ਤੁਹਾਡਾ ਹੀ ਘਰ ਕਿਰਾਏ ਕਿਉਂ 'ਤੇ ਲਿੱਤਾ? ਸਵਾਲ ਇਹ ਤਾਂ ਆਊਗਾ ਨਾ ਕਿ ਤੁਹਾਡਾ ਹੀ ਘਰ ਕਿਉਂ ਕਿਰਾਏ 'ਤੇ ਲਿਆ? ਇੰਨਾ ਵੱਡਾ ਮੋਗਾ, ਇੰਨੀਆਂ ਵੱਡੀਆਂ ਕੋਠੀਆਂ। ਬਿਲਕੁਲ ਠੀਕ ਹੈ। ਮੇਰਾ ਘਰ ਜਿਹੜਾ ਹੈਗਾ ਨਾ, ਉਹ ਸ਼ਹਿਰ ਦੇ ਵਿੱਚ ਹੀ ਨਹੀਂ ਗਾ। ਮੇਰਾ ਘਰ ਹੈਗਾ ਪੈਰੀਫਰੀ ਤੋਂ ਬਾਹਰ, ਕੋਈ 5-6 ਕਿਲੋਮੀਟਰ ਮੋਗੇ ਤੋਂ ਬਾਹਰ। ਉਹਦੇ ਘਰ ਜਿਹੜਾ ਹੈਗਾ ਬੜਾ ਸਪੇਸ਼ੀਅਸ ਹੈਗਾ, ਉਹ ਫਾਰਮ ਹਾਊਸ ਹੈ ਮੇਰਾ ਉੱਥੇ ਮੈਂ ਖੇਤੀ ਵੀ ਕਰਾਉਣਾ, ਉੱਥੇ ਮੇਰਾ ਫਾਰਮ ਵੀ ਹੈ, ਉੱਥੇ ਸਪੇਸ ਬਹੁਤ ਸੀਗੀ। ਪਰ ਇਹ ਤਾਂ ਕਿਸੇ ਜ਼ਹਿਨ 'ਚ ਆ ਸਕਦਾ ਨਾ ਜੱਸਾ ਕਿ ਜੱਜ ਇੰਨੇ ਅਮੀਰ ਬੰਦੇ ਹੁੰਦੇ ਨੇ, ਸਾਡੇ ਵਰਗਾ ਕੋਈ ਘਰ ਕਿਰਾਏ 'ਤੇ ਦੇ, ਤੁਹਾਡੇ ਵਰਗੇ ਇੰਨੇ ਅਮੀਰ ਬੰਦੇ ਵੀ ਘਰ ਕਿਰਾਏ 'ਤੇ ਦੇ ਜਾਂਦੇ ਨੇ, ਇਹ ਸਵਾਲ ਤਾਂ ਉੱਠੂਗਾ ਨਾ ਜੀ। ਅਗਲੇ ਕਿਰਾਇਆ ਦੇਣ ਨੂੰ ਤਿਆਰ ਨੇ ਅਤੇ ਮੈਨੂੰ ਪੈਸੇ ਚੁੱਭਦੇ ਨੇ। ਹੁਣ ਜੇ ਆਪ ਹੀ ਕਹੀ ਜਾਂਦੇ ਨੇ ਕਿਰਾਇਆ ਲਿੱਤਾ, ਅਤੇ ਫਿਰ ਉਹਨੂੰ ਇਹਦੇ ਰਹਿ ਕੀ ਗਿਆ? ਜੇ ਕਿਸੇ ਹੋਰ ਵੀ ਕਰ ਲੈਂਦੇ ਉਹ 'ਤੇ ਕਿਰਾਏ 'ਤੇ, ਇਹਨਾਂ ਨੇ ਉਹ 'ਤੇ ਦੋਸ਼ ਲਾ, ਇਹ ਤਾਂ ਗੱਲ ਹੁਣ ਕਿਰਾਏ 'ਤੇ ਤਾਂ ਮੈਂ ਆਪ ਕਹੀ ਜਾਂਦੇ ਨੇ ਵੀ ਕਿਰਾਏ 'ਤੇ ਮੈਂ ਦਿੱਤਾ ਘਰ। ਜੇ ਮੈਂ ਕਿਰਾਏ 'ਤੇ ਦਿੱਤਾ ਤਾਂ ਮੈਂ ਕੀ ਗੁਨਾਹ ਕਰਤਾ ਜੀ? ਮੇਰੀ ਦੋਸਤੀ ਬਣ ਗਈ, ਤੁਸੀਂ ਆਪ ਦੱਸੋ। ਇਹ ਪਰ ਫਿਰ ਦੂਜਾ ਐਲੀਗੇਸ਼ਨ ਇਹ ਆਉਂਦਾ ਕਿ ਤੁਹਾਡਾ ਬੇਟਾ AG ਆਫਿਸ 'ਚ ਆਗਾ, ਕੈਪਟਨ ਦੀ ਸਰਕਾਰ ਆ, ਤੁਹਾਡਾ ਬੇਟਾ AG ਆਫਿਸ 'ਚ ਆ। AG ਆਫਿਸ 'ਚ ਕਿਵੇਂ ਲੱਗਦੇ ਨੇ ਬੰਦੇ ਸਭ ਨੂੰ ਪਤਾ ਹੈਗਾ। AG ਆਫਿਸ ਵਿੱਚ ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਬੱਚੇ ਵੀ ਹੈਗੇ ਨੇ। ਇਸ ਵੇਲੇ ਵੀ BJP ਰੂਲ ਸਟੇਟ ਹਰਿਆਣੇ ਵਿੱਚ AG ਆਫਿਸ, ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਬੱਚੇ ਉੱਥੇ ਲੱਗੇ ਹੋਏ ਨੇ। ਪੰਜਾਬ ਵਿੱਚ ਅਕਾਲੀ ਭਾਜਪਾ ਦੇ ਦੌਰਾਨ, ਮੈਂ ਨਾਂ ਨਹੀਂ ਲੈਂਦਾ, ਇੱਕ ਨਹੀਂ ਕਈ ਬੱਚੇ ਲੱਗੇ ਹੋਏ ਸੀਗੇ।
ਕੀ ਉਹ ਜੱਜ ਸਾਹਿਬਾਨ ਉਹਨਾਂ ਦੀ ਜ਼ਮੀਰ ਵਿਕ ਗਈ ਸੀ ਕਿ ਬਈ ਉਹ ਹਰਿਆਣੇ ਅਤੇ ਪੰਜਾਬ ਦੇ ਹੱਕ 'ਚ ਕੇਸ ਕਰਨ ਲੱਗ ਗਏ? ਜੱਜ ਦੀ ਇੰਨੀ ਜ਼ਮੀਰ ਗਿਣੀ ਨਹੀਂ ਗਈ ਵੀ ਜੇ ਬੱਚੇ ਨੂੰ ਤੁਸੀਂ ਅਕੋਮੋਡੇਟ ਕਰਤਾ ਅਤੇ ਆਪਣਾ ਕੀ ਕਹਿੰਦੇ ਨੇ ਅਸੀਂ ਉੱਧਰ ਗਣਾ। ਕੋਈ ਜੱਜ ਨਹੀਂ ਗਾ ਇੰਨਾ। ਉਸ ਵੇਲੇ ਇਹਨਾਂ ਨੂੰ ਪੁੱਛੋ ਅਕਾਲੀਆਂ ਨੂੰ ਕਿੰਨੇ ਹਾਈ ਕੋਰਟ ਦੇ ਜੱਜ ਲਾਏ ਨੇ। ਮੈਂ ਤਾਂ ਰਿਟਾਇਰਡ ਬੰਦੇ ਦਾ ਬੱਚਾ ਇੱਕ, ਉਹ ਬੱਚਾ ਆਪਦੀ ਮੈਰਿਟ 'ਤੇ ਲਾਇਆ। ਉਹ ਬੱਚਾ ਮੇਰਾ ਲੜਕਾ ਉਹ ਸਟੈਂਡਿੰਗ ਕਾਊਂਸਲ ਯੂਨੀਅਨ ਆਫ ਇੰਡੀਆ ਦਾ ਰਿਹਾ। ਉਹ ਯੂਨੀਅਨ ਟੈਰੀਟਰੀ ਦਾ ਪਬਲਿਕ ਪ੍ਰੋਸੀਕਿਊਟਰ ਰਿਹਾ। ਪਬਲਿਕ ਪ੍ਰੋਸੀਕਿਊਟਰ ਦੀ ਫਾਈਲ ਜਾਂਦੀ ਹੈ ਹਾਈ ਕੋਰਟ ਨੂੰ, ਸਾਰੇ ਜੱਜ ਬਹਿੰਦੇ ਨੇ। 8 were selected and he was one of them। ਹੁਣ ਪ੍ਰਿਵਿਲੇਜ ਤਾਂ ਹੁੰਦਾ ਸਰ ਕਿ ਜੱਜ ਦਾ ਮੁੰਡਾ ਹੈਗਾ, ਪ੍ਰਿਵਿਲੇਜ ਹੁੰਦਾ ਇਹ? ਠਹਿਰੋ, there is no privilege when the file goes to the full court in the high court। full court ਵਿੱਚ ਗਈ ਹੈਗੀ ਹੈ, ਉੱਥੇ he was also chosen as one of them on merit and now he is the senior deputy advocate general, standing counsel union of India, ਪਬਲਿਕ ਪ੍ਰੋਸੀਕਿਊਟਰ ਆਫ UT ਚੰਡੀਗੜ੍ਹ ਤਾਂ ਮੇਰਾ ਕੋਈ ਨਹੀਂ ਸੀਗਾ, ਇਹ ਤਾਂ BJP ਸਰਕਾਰ ਸੀਗੀ। ਸੈਂਟਰਲ ਗੌਰਮੈਂਟ ਦਾ ਸਟੈਂਡਿੰਗ ਕਾਊਂਸਲ ਰਿਹਾ, ਉਹ BJP ਸਰਕਾਰ ਸੀਗੀ। ਹੁਣ ਆਪਣਾ ਕੀ ਕਹਿੰਦੇ ਨੇ, ਹੀ ਇਜ਼ ਨਾਓ ਦ ਸੀਨੀਅਰ ਸਟੈਂਡਿੰਗ ਕਾਊਂਸਲ। ਹੀ ਹੈਜ਼ ਕਮ ਪਿਓਰਲੀ ਔਨ ਮੈਰਿਟਸ, ਨਾਟ ਬਿਕੋਜ਼ ਆਫ ਮੀ। ਪਰ ਐਂ ਕਿਉਂ ਹੁੰਦਾ ਹੈਗਾ? ਵੈਸੇ ਹੀ ਪੁੱਛ ਰਹੇ ਸਵਾਲ ਹਟਵਾਂਗਾ ਵੀ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਸੁਖਬੀਰ ਬਾਦਲ ਸਿਆਸਤ 'ਚ ਆਉਂਦਾ ਹੈਗਾ, ਲਾਲੂ ਦਾ ਬੇਟਾ ਸਿਆਸਤ 'ਚ, ਜੱਜਾਂ ਦੇ ਬੇਟੇ ਫਿਰ ਇਸੇ ਲਾਈਨ 'ਚ ਹੀ ਕਿਉਂ ਆਉਂਦੇ ਨੇਗੇ? ਬਾਈ ਪ੍ਰੋਫੈਸ਼ਨ ਕਿ ਇਹ ਹੁੰਦਾ ਹੈਗਾ ਡਾਕਟਰਾਂ ਦੇ ਬੇਟੇ ਡਾਕਟਰ, ਜੱਜਾਂ ਦੇ ਬੇਟੇ ਅੱਗੇ ਵਕੀਲ, ਜੱਜ। ਇਹ ਤਾਂ ਦੇਖੋ ਜੀ ਬੱਚੇ ਦੀ ਚੋਇਸ ਹੈਗੀ ਹੈ, ਕੀ ਕਹਿ ਸਕਦੇ ਹਾਂ। ਬੱਚੇ ਦੀ ਕੀ ਚੋਇਸ ਹੋਣੀ ਹੈ, ਕੀ ਨਹੀਂ ਹੋਣੀ ਹੈਗੀ ਹੈ। ਮੇਰੀ ਬੇਟੀ ਸ਼ੀ ਇਜ਼ ਮੈਨੇਜਿੰਗ ਟੂ ਬੈਂਕਸ ਸ਼ੀ ਇਜ਼ ਮੈਨੇਜਿੰਗ ਫਾਈਨੈਂਸ, ਸ਼ੀ ਡਿਡ ਅ ਫਾਈਨੈਂਸ, ਅਤੇ ਫਿਰ ਉਹ ਨਾ ਵਕੀਲ ਬਣੀ। ਸੋ ਸਰ ਇਹ ਬੜਾ ਚਰਚਾ 'ਚ ਇੱਕ ਕੇਸ ਰਿਹਾ ਹੈਗਾ ਜਿਹੜਾ ਸਭ ਤੋਂ ਮੈਨੂੰ ਲੱਗਦਾ ਕਮਿਸ਼ਨ ਜਿਹੜਾ ਸਭ ਤੋਂ ਚਰਚਿਤ ਕੇਸ ਸੀ ਕਿ ਕਿਸੇ ਅਕਾਲੀ ਨੇ ਹੀ ਤੁਹਾਨੂੰ ਕੰਪਲੇਂਟ ਦੇਤੀ, ਬੋਨੀ ਅਜਨਾਲਾ ਨੇ ਬਕਾਇਦਾ ਤੌਰ 'ਤੇ ਵਿਕਰਮ ਮਜੀਠੀਆ ਤਾਂ ਉਹਨਾਂ ਨੇ ਕਿਹਾ ਸਾਰਾ ਕੁਛ ਨਾਂ ਲਿਆ ਉਸ ਕੰਪਲੇਂਟ ਦੇ ਅੰਦਰ। ਉਹ ਕੰਪਲੇਂਟ ਦਾ ਕੀ ਬਣਿਆ? ਸਭ ਤੋਂ ਵੱਡੀ ਕੰਪਲੇਂਟ ਮੈਨੂੰ ਲੱਗਦਾ ਉਹ ਸੀ ਹੁਣ ਤੱਕ ਦੀ। ਉਹ ਕੰਪਲੇਂਟ ਜੀ ਇਸ ਵੇਲੇ ਅਸੀਂ ਨਹੀਂ ਲਿੱਤੀ, ਇਸ ਕਰਕੇ ਨਹੀਂ ਲਿੱਤੀ ਕਿਉਂਕਿ ਹਲੇ ਉਹ ਹਾਈ ਕੋਰਟ ਵਿੱਚ ਚੱਲ ਰਿਹਾ, ਉਹ ਕੇਸ ਹਲੇ ਚੱਲ ਰਿਹਾ। ਜਿੰਨਾ ਚਿਰ ਹਾਈ ਕੋਰਟ ਦੇ ਕੇਸ ਵਿੱਚ ਚੱਲ ਰਿਹਾ ਉਹਨਾਂ ਚਿਰ ਅਸੀਂ ਨਹੀਂ ਗੱਲ ਲੈਣੀ। ਜਦੋਂ ਉੱਧਰੋਂ ਖਤਮ ਹੋ ਜੂ ਵੀ ਵਿਲ ਟੇਕ ਦੈਟ ਕੰਪਲੇਂਟ। ਹਾਈ ਕੋਰਟ ਦਾ ਕਿਹੜਾ ਕੇਸ ਕਹਿੰਦੇ ਜਿਹਦੇ 'ਚ STF ਤੋਂ ਰਿਪੋਰਟ ਮੰਗੀ ਸੀ ਜਾਂ the Pola case and the STF, that is all being monitored by the High Court. We can't touch it। ਉਹ ਕੇਸ ਨੂੰ ਅਸੀਂ ਟੱਚ ਨਹੀਂ ਕਰਦੇ। ਮੈਂ ਇੱਕ ਹੋਰ ਕਹਿਣਾ ਚਾਹੁੰਦਾ, ਮੈਂ ਕਹਿ ਰਿਹਾ ਸਰ, ਮੰਨ ਲਓ ਤੁਹਾਡਾ ਕਮਿਸ਼ਨ ਦਾ ਤਾਂ ਟਾਈਮ ਹੋਊਗਾ, ਇਹਦਾ ਮਤਲਬ ਕੰਪਲੇਂਟ ਐਂਟਰਟੇਨ ਹੀ ਨਹੀਂ ਹੋਊਗੀ। ਮੰਨ ਲਓ ਹਾਈ ਕੋਰਟ 'ਚ ਕੇਸ ਚੱਲਦਾ ਰਹੇ, ਤੁਹਾਡੇ ਕੋਲ ਐਂਟਰਟੇਨ ਅਸੀਂ ਨਹੀਂ ਕਰ ਸਕਦੇ ਉਹ ਐਂਟਰਟੇਨ ਜਿੰਨਾ ਚਿਰ ਹਾਈ ਕੋਰਟ 'ਚ ਰਹੇ ਜਾਂ ਚਲਾਨ ਪੇਸ਼ ਹੋ ਜੇ। ਤੁਸੀਂ ਕਦੇ 2-2 3-3 ਇਨਕੁਆਇਰੀਆਂ ਸੁਣੀਆਂ? ਤੁਸੀਂ ਇਹ ਸੁਣਿਆ ਵੀ SHO ਇਨਕੁਆਇਰੀ ਵੀ ਕਰੀ ਜਾਂਦਾ ਅਤੇ DSP ਇਨਕੁਆਇਰੀ ਵੀ ਕਰੀ ਜਾਂਦਾ ਅਤੇ SSP ਵੀ ਕਰੀ ਜਾਂਦੇ ਅਤੇ ਕ੍ਰਾਈਮ ਵਾਲੇ ਵੀ ਕਰੀ ਜਾਂਦੇ ਨੇ। SHO ਖਤਮ ਕਰੂਗਾ ਫਿਰ DSP ਕਰੂਗਾ, DSP ਖਤਮ ਕਰੂਗਾ ਫਿਰ SSP ਕੋਲ, ਫਿਰ ਕ੍ਰਾਈਮ ਬ੍ਰਾਂਚ। ਵੰਸ ਦੇ ਫਿਨਿਸ਼ ਆਫ ਦ ਇਨਕੁਆਇਰੀ। ਤੁਸੀਂ ਕੀ ਹੋਗੇ? SSP ਹੋ, SHO ਹੋ, DSP ਹੋ ਗਏ। ਹਾਈ ਕੋਰਟ ਕੀ ਹੈ? ਤੁਸੀਂ ਜੋ ਕਹਿਣਾ ਕਹਿ ਦਿਓ। ਮੈਂ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਹੈ। ਮੈਂ ਵੀ ਐਗਜ਼ਾਮਪਲ 'ਚ ਹੀ ਪੁੱਛ ਰਿਹਾ ਹਾਂ ਕਿ ਤੁਸੀਂ ਕਿੱਥੇ ਰੱਖਦੇ ਹੋ ਆਪਣੇ ਆਪ ਨੂੰ, ਕਿਉਂਕਿ SSP ਤੁਸੀਂ ਨਹੀਂ ਹੈਗੇ। Two parallel inquiries cannot take place. That is the law and we have got to go according to the law. What says ਇੱਕ ਇਨਕੁਆਇਰੀ ਖਤਮ ਹੋਊਗੀ ਫਿਰ ਦੂਜੇ 'ਚ ਸਾਡੀਆਂ ਕਮਿਸ਼ਨ ਦੀਆਂ ਰਿਪੋਰਟਸ ਕੈਨ ਬੀ ਚੈਲੰਜਡ ਇਨ ਦਾ ਹਾਈ ਕੋਰਟ। ਪਰ ਜਿੰਨਾ ਚਿਰ ਅਸੀਂ ਖਤਮ ਨਹੀਂ ਕਰਦੇ ਇਟ ਇਜ਼ ਪ੍ਰੀਮੈਚੁਰ। ਚੈਲੰਜ ਹੋ ਸਕਦੀਆਂ ਨੇ ਵੀ ਫਿਰ ਸਾਡੀਆਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਤੇ ਗੌਰਮੈਂਟ ਐਕਸੈਪਟ ਕਰੇ ਜਾਂ ਨਾ ਕਰੇ, ਇਟ ਇਜ਼ ਅਪ ਟੂ ਦ ਗੌਰਮੈਂਟ। ਇਹ ਕੋਈ ਪੱਕਾ ਨਹੀਂਗਾ ਵੀ ਜੋ ਅਸੀਂ ਰਿਕਮੈਂਡ ਕਰ ਰਹੇ ਹਾਂ ਤਾਂ ਗੌਰਮੈਂਟ ਐਕਸੈਪਟ ਕਰ ਲਓ। ਸੁਖਬੀਰ ਬਾਦਲ, ਮੈਂ ਪਿਛਲੀ ਵਾਰ ਵੀ ਪੁੱਛਿਆ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਬਾਦਲ ਸਾਹਿਬ ਨੇ ਤੁਸੀਂ ਜੱਜ ਬਣੇ ਹੋ, ਵਨ ਆਫ ਦੀ ਰਿਕਮੈਂਡੇਸ਼ਨ ਜਿਹੜੀ ਸੀਗੀਆਂ ਉਹਨਾਂ ਦੀ ਵੀ ਸੀਗੀ। ਸੁਖਬੀਰ ਬਾਦਲ ਕਿਉਂ ਤੁਹਾਡੇ ਪਿੱਛੇ ਪਏ ਹੋਏ ਨੇਗੇ? ਸੁਖਬੀਰ ਬਾਦਲ ਨੂੰ ਕਦੇ ਫੋਨ ਨਹੀਂ ਕੀਤਾ? ਕਦੇ ਗੱਲ ਨਹੀਂ ਹੁੰਦੀ ਸੁਖਬੀਰ ਬਾਦਲ ਨਾਲ? ਕਦੇ ਸਮਝਾਇਆ ਨਹੀਂ ਵੀ ਭਰਾਵਾ ਤੁਸੀਂ ਤੇ ਬਾਦਲ? ਇਹ ਜਿਹੜਾ ਕੁਐਸਚਨ ਹੈ ਨਾ, ਤੁਸੀਂ ਸਾਹ ਸੁਖਬੀਰ ਸਿੰਘ ਹੋਰਾਂ ਨੂੰ ਪੁੱਟ ਕਰੋ, ਮੈਨੂੰ ਕਿਉਂ ਪੁੱਛੀ ਜਾ ਵੀ ਮੇਰੇ ਮਗਰ ਕਿਉਂ ਪਏ ਹੋਏ ਨੇ? ਇਹ ਤਾਂ ਉਹ ਦੱਸ ਸਕਦੇ ਨੇ ਨਾ ਵੀ ਕਿਉਂ ਮੇਰੇ ਮਗਰ ਪਏ ਹੋਏ ਨੇ। ਆਈ ਹੈਵ ਨੋ ਆਈਡੀਆ, ਉਹਨਾਂ ਨੂੰ ਪੁੱਛ ਲਓ। ਮੈਂ ਇੱਕ ਹੋਰ ਮੈਂ ਦੱਸਣਾ ਚਾਹੁੰਦਾ, ਆਹ ਜਿਹੜੀ ਗਵਰਨਰ ਸਾਹਿਬ ਨੂੰ ਦਿੱਤੀ ਹੈ ਨਾ, ਤੁਸੀਂ ਬੜੀਆਂ ਕੰਪਲੇਂਟਾਂ ਕੱਢ ਕੇ ਦੇਖੋ। ਆ ਸੁਖਬੀਰ ਬਾਦਲ ਦੀ FIR ਉਹਨਾਂ ਨੇ ਮਸਾਂ ਕਰਾਈ ਹੋਈ, ਇੰਨੀ ਮਿਹਨਤ ਕਰਕੇ, ਜਾਂ ਉਹਨਾਂ ਦੀ ਸਰਕਾਰ ਨੇ ਕਿੰਨੀ ਮਿਹਨਤ ਕੀਤੀ ਹੋ, ਵਿਜੀਲੈਂਸ ਨੇ ਕਿੰਨੀ ਮਿਹਨਤ ਕੀਤੀ, ਤੁਸੀਂ FIR ਰੱਦ ਕਰਵਾਤੀ। ਇਹ ਤੁਸੀਂ ਉਹਨਾਂ ਨੂੰ ਪੁੱਛੋ ਵੀ ਕਿਉਂ। ਇੱਕ ਹੋਰ ਹੈਗਾ, ਦੇਖੋ
ਦੇਖੋ ਇੱਕ ਹੋਰ ਇਹ ਮੇਰੇ ਨੇ ਇਹ ਦੂਜੀ ਕਮਿਸ਼ਨ ਨੂੰ ਕੰਸਰਨ ਹੈਗਾ। ਇਹ ਦੂਜੀ ਕਮਿਸ਼ਨ ਬਾਰੇ ਇਹਨਾਂ ਨੇ ਇਹ ਕਿਹਾ ਇਹ ਕਹਿੰਦਾ ਇਸ ਤੋਂ ਇਹਦੇ ਵਿੱਚ ਇਹ ਕਹਿੰਦੇ ਨੇ ਮੀਡੀਆ ਤੇ ਭਰੋਸੇਯੋਗ ਹਲਕਿਆਂ ਵਿੱਚ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕੌਮਾਂਤਰੀ ਸਿੱਟਿਆਂ ਵਾਲੀ ਇੱਕ ਡੂੰਘੀ ਸਾਜ਼ਿਸ਼ ਹੋਣ ਦੀਆਂ ਵੀ ਰਿਪੋਰਟਾਂ ਆਈਆਂ ਹਨ। ਤੁਸੀਂ ਦੇਖੋ ਇਹ ਯੂਨੀਅਨ ਮਿਨਿਸਟਰ ਸਾਪਲਾ ਸਾਹਿਬ ਕਹਿ ਰਹੇ ਨੇ, ਬਟ ਡੂੰਘੀ ਸਾਜ਼ਿਸ਼ ਬਾਰੇ ਹੀ ਹੈਜ਼ ਨਾਟ ਟੋਲਡ ਦ ਹੋਮ ਮਿਨਿਸਟਰ। Was it not his duty to tell the home minister ਵੀ ਇਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਇਟ ਇਜ਼ ਇਹ ਤਾਂ ਬੜੀ ਡੂੰਘੀ ਸਾਜ਼ਿਸ਼ ਹੈ ਜੀ ਕੌਮਾਂਤਰੀ ਤੇ। ਹੈਜ਼ ਹੀ ਟੋਲਡ ਦ ਹੋਮ ਮਿਨਿਸਟਰ? ਇਫ ਹੀ ਇਜ਼ ਨਾਟ ਟੋਲਡ ਦ ਹੋਮ ਮਿਨਿਸਟਰ ਹੀ ਇਜ਼ ਦੈਨ ਨਾਟ ਟੈਲਿੰਗ ਦ ਟਰੁਥ। ਬੜੀ ਵੱਡੀ ਗੱਲ ਕਹਿ ਗਏ ਇਹ ਸਰ ਸੁਖਬੀਰ ਸਿੰਘ ਹੋਰੀ ਵੀ ਕਹਿ ਗਏ ਦੇ ਭਾਈਵਾਲ ਨੇ ਬੀਜੇਪੀ ਸਰਕਾਰ ਦੇ ਸੈਂਟਰ 'ਚ ਇਹਨਾਂ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਸੀ। ਉਹਦਾ ਦੂਜਾ ਕਮਿਸ਼ਨ ਵੀ ਕਹਿੰਦੇ ਆ ਨਾ, ਤੁਹਾਨੂੰ ਹੀ ਨਹੀਂ ਕਹਿੰਦੇ ਇਕੱਲੇ ਨੂੰ, ਉਹ ਕਹਿੰਦੇ ਨਾਲ ਵਾਲਾ ਕਮਿਸ਼ਨ ਜਿਹੜਾ ਬੇਅਦਬੀ ਤੇ ਪੰਜਾਬ 'ਚ ਬਣਿਆ ਇਹ ਕਮਿਸ਼ਨ ਦੇ ਪੱਲੇ ਵੀ ਕੁਝ ਨਹੀਂ ਹੈਗਾਗਾ। ਕਹਿੰਦੇ ਇਹ ਕਮਿਸ਼ਨ ਇਹ ਝੂਠ ਦੇ ਪਲੰਦੇ ਦੇਖੋ ਇਹਨਾਂ ਦੇ, ਮੈਂ ਝੂਠ ਦੇ ਪਲੰਦਾ ਕੱਢ ਰਿਹਾ ਇਹਨਾਂ ਦਾ। ਦੇਖੋ ਇਹ ਕੀ ਕਰ ਰਹੇ ਨੇ। ਦੇ ਆਰ a member of the government, they are a part of that government, they should be telling the home minister ਵੀ ਆਹ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਕੌਮਾਂਤਰੀ ਸਿੱਟਿਆਂ ਵਾਲੀ ਇੱਕ ਡੂੰਘੀ ਸਾਜ਼ਿਸ਼। ਹੋਮ ਮਿਨਿਸਟਰ ਨੂੰ ਹੀ ਵਾਜ਼ ਦ ਹੋਮ ਮਿਨਿਸਟਰ ਸਰ ਸੁਖਬੀਰ ਸਿੰਘ, ਇਹ ਕਿਉਂ ਨਹੀਂ ਜਾ ਕੇ ਇਹਨਾਂ ਨੇ ਕਿਹਾ ਹੋਮ ਮਿਨਿਸਟਰ ਨੂੰ ਬਈ ਜੀ ਆਹ ਸਾਜ਼ਿਸ਼ ਹੈ, ਇਟ ਇਜ਼ ਨਾਟ ਓਨਲੀ ਪੰਜਾਬ। ਇਹਨਾਂ ਨੇ ਕਿਹਾ ਮੈਂ ਤੋਂ ਲਿਖ ਕੇ ਲੈ ਲਓ, ਇਹਨਾਂ ਨੇ ਕਿਹਾ ਨਹੀਂਗਾ। ਮੀਨਿੰਗ ਦੀ ਬਾਏ ਝੂਠ। ਕਿਸੇ ਵੀ ਬਦਲ ਝੂਠ ਬੋਲਦੇ ਨੇ ਤੁਹਾਨੂੰ ਲੱਗਦਾ? ਬਹੁਤ ਹੈ ਟੈਲਿੰਗ ਲਾਈਜ਼। ਇਹ ਕੌਮਾਂਤਰੀ ਸਾਜ਼ਿਸ਼ ਹੈਗੀ ਹੋਈ ਨਹੀਂ ਗੀ। ਕਿਹੜੀ ਸਾਜ਼ਿਸ਼ ਹੈ ਤੁਹਾਨੂੰ? ਲੋਕਲ ਸਾਜ਼ਿਸ਼ ਹੈਗੀ ਆ ਤੁਹਾਡੇ ਕੋਲ ਕੋਈ ਇਹਦੇ ਕੋਲ ਅਖਬਾਰਾਂ 'ਚੋਂ ਮੈਂ ਵਟ ਆਈ ਐਮ ਗੈਟਿੰਗ ਇਹ ਤਾਂ ਬਾਕੀ ਤੁਹਾਡੇ ਪਰਸਨਲ ਇਨਪੁਟਸ ਨੇ ਇਸ ਤੇ ਕਮਿਸ਼ਨ ਨਹੀਂ ਉਹ ਮੈਂ ਅਖਬਾਰਾਂ 'ਚੋਂ ਹੀ ਆ, ਉਹਦਾ ਦੂਜੀ ਕਮਿਸ਼ਨ ਦੱਸੂ। ਨੋਟਿਸ ਦਿੱਤਾ ਦੂਜੀ ਕਮਿਸ਼ਨ ਨੇ ਇਹਨਾਂ ਨੂੰ ਵੀ ਸਾਡੇ ਅੱਗੇ ਪੇਸ਼ ਹੋਵੋ ਤੇ ਦੱਸੋ। ਨਹੀਂ ਪੇਸ਼ ਹੋਣਾ, ਦੋਨਾਂ ਨੂੰ ਨੋਟਿਸ ਦਿੱਤਾ। ਮੈਂ ਇਹ ਅਖਬਾਰ ਦੀ ਖਬਰ ਹੈ, ਮੈਨੂੰ ਅਖਬਾਰ 'ਚੋਂ ਪਤਾ ਲੱਗਿਆ ਵੀ ਨਹੀਂ ਤੁਸੀਂ ਜੇ ਲਿਖ ਕੇ ਕਰ ਲਓ ਵੀ ਆਹ ਕੀ ਡੂੰਘੀ ਸਾਜ਼ਿਸ਼ ਹੈਗੀ ਆ। ਕੋਈ ਜਵਾਬ ਨਹੀਂ ਹੈ ਅਖਬਾਰ 'ਚ, ਹੈ ਵੀ ਕੋਈ ਜਵਾਬ ਹੀ ਨਹੀਂ ਹੈ। ਬਤਾ ਝੂਠ ਦੇ ਝੂਠ। ਟੋਟਲ ਮੈਂ ਗੱਲ ਕਰਾਂ ਟੋਟਲ ਹੁਣ ਤੱਕ ਕਿੰਨੀਆਂ ਕੰਪਲੇਂਟਸ ਆਪਣੇ ਕੋਲ ਆਈਆਂ ਨੇ ਟੋਟਲ ਜਿਹੜੀਆਂ ਨੇ ਕਮਿਸ਼ਨ ਦੇ ਅੰਦਰ? ਟੋਟਲ ਕੰਪਲੇਂਟਸ ਦੀਆਂ ਕਿੰਨੀਆਂ ਹੱਲ ਹੋ ਗਈਆਂ? ਕਦੋਂ ਤੱਕ ਇਹ ਕਮਿਸ਼ਨ ਕੰਮ ਕਰੂਗਾ? ਇੰਟਰਮ ਰਿਪੋਰਟਸ ਜਿਹੜੀਆਂ ਤੁਸੀਂ ਦੇ ਰਹੇ ਹੋ ਹਰ ਥੋੜ੍ਹੇ ਜਿਹੇ ਦਿਨਾਂ ਬਾਅਦ, ਤੁਸੀਂ 5ਵੀਂ 6ਵੀਂ, ਇਹ ਕਦੋਂ ਤੱਕ ਅਸੀਂ ਮੰਨੀਏ ਕਿ ਇੱਕ ਵਨ ਥਿੰਗ ਇੰਟਰਮ ਰਿਪੋਰਟ ਇਸ ਕਰਕੇ ਮੈਨੂੰ ਦੇਣੀ ਪੈਣੀ ਹੈ ਜੇ ਮੈਂ ਅਖੀਰ ਤੇ ਦੇਵਾਂ ਨਾ ਕਈਆਂ ਨਾਲ ਦੇ ਵਿਲ ਇਨਜਸਟਿਸ ਹੋ ਜੂਗੀ। ਦੈਟਸ ਵਾਈ ਵੀ ਆਰ ਕੁਇਕਲੀ ਸੈਂਡਿੰਗ ਦ ਰਿਪੋਰਟਸ ਵਿੱਚ ਜਿੰਨੀਆਂ ਹਨ। ਅਤੇ ਇੱਥੇ ਟੋਟਲ ਜਿਹੜੀਆਂ ਨੇ ਨਾ ਅਸੀਂ ਇਸ ਵੇਲੇ ਕੰਪਲੇਂਟਾਂ ਖਤਮ ਕੀਤੀਆਂ ਹੈਗੀਆਂ 655, ਜਿਹਦੇ ਵਿੱਚੋਂ 258 ਕੰਪਲੇਂਟਸ ਨੂੰ ਅਸੀਂ ਕਿਹਾ ਇਹਨਾਂ ਰਿਲੀਫ ਦਿਓ। 397 ਕੰਪਲੇਂਟਸ ਅਸੀਂ ਡਿਸਮਿਸ ਕਰਤੀਆਂ ਵੀ ਇਹਦੇ 'ਚ ਕੋਈ ਦਮ ਹੈ ਨਹੀਂ ਜਾਂ ਜੂਰਿਸਡਿਕਸ਼ਨ ਹੈ ਨਹੀਂਗਾ। ਅਤੇ ਬਾਕੀ ਦੇਖੋ ਜੀ ਐਵੀਡੈਂਸ ਰਿਕਾਰਡ ਹੋਣੀ ਹੈ। ਹੁਣ ਤੁਸੀਂ ਆਹ ਦੋ ਆਰਡਰਸ ਨੇ, ਅਸੀਂ ਦੇਖੋ ਕਿੰਨੇ ਗਵਾਹਾਂ ਦੀ ਅਸੀਂ ਆਹ ਹੁਣ ਇਹਦੇ ਸਿਆਲ ਵਾਲੇ 'ਚ 1 2 3 4 5 ਗਵਾਹਾਂ ਦੀ ਗਵਾਹੀ ਲਿਖੀ ਹੈ। 6ਵਾਂ ਇਨਵੈਸਟੀਗੇਟਿੰਗ ਅਫਸਰ ਹੈ। ਫਿਰ ਡਾਕੂਮੈਂਟਸ ਅਸੀਂ ਦੇਖਣੇ ਨੇ, ਠੀਕ ਹੈ ਨਾ। ਅਤੇ ਫਿਰ ਟਾਈਮ ਤਾਂ ਦੇਖੋ ਲੱਗਦਾ, ਇਹ ਤਾਂ ਹੈ ਨਹੀਂ ਬਈ ਅਸੀਂ ਕਿੰਨੀ ਕੁ ਤੇਜ਼ੀ ਕਰ ਸਕਦੇ ਹਾਂ। ਅੱਛਾ ਕਹਿੰਦੇ ਨੇ ਕੋਰਟਾਂ ਦਾ ਕੰਮ ਬੜਾ ਬੋਰਿੰਗ ਹੁੰਦਾ ਗਾ, ਇੱਥੇ ਤੁਹਾਨੂੰ ਬੜਾ ਰੰਗ 'ਚ ਹੋਵੋਗੇ, ਬੜੇ ਤਰ੍ਹਾਂ ਦੇ ਰੰਗ ਆਉਂਦੇ ਨੇ ਇੱਥੇ ਪੋਲੀਟੀਕਲ। ਤੁਸੀਂ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਵੀ ਦੇ ਰਹੇ ਹੋ, ਉੱਥੇ ਬਹਿ ਕੇ ਤਾਂ ਦੇ ਨਹੀਂ ਸਕਦੇ ਸੀ। ਤੁਹਾਨੂੰ ਲੱਗਦਾ ਹਾਈ ਕੋਰਟ ਨਾਲ ਜ਼ਿਆਦਾ ਵਧੀਆ ਕੰਮ ਆ ਇਹ ਵਧੀਆ ਕੰਮ ਹੈਗਾ? ਨਹੀਂ ਵਧੀਆ ਨਹੀਂ। ਇਹ ਮੈਨੂੰ ਸਟੇਟਮੈਂਟ ਅਤੇ ਕਲੈਰੀਫਿਕੇਸ਼ਨ ਦੇਣੇ, ਕਿਉਂਕਿ ਇਹ ਦੇਖੋ ਇਹ ਜੋ TV ਚੈਨਲਸ 'ਤੇ ਆਉਂਦੇ ਨੇ। ਮੈਂ ਚੈਨਲ ਦੀ ਗੱਲ ਨਹੀਂ ਕਰਦਾ, ਮੈਂ ਵੈਸੇ ਹੀ ਕਰਦਾ। ਮੰਨ ਲਓ ਤੁਸੀਂ ਪਰਸਨਲੀ ਕੰਮ ਕਰ ਰਹੇ ਹੋ, ਪਰਸਨਲ ਕੰਮ ਵੀ ਥੋੜ੍ਹਾ ਇੰਟਰਸਟਿੰਗ ਕੰਮ ਨਹੀਂ ਹੈਗਾ, ਉੱਥੇ ਬੋਰਿੰਗ ਕੰਮ ਨਹੀਂ ਹੁੰਦਾ ਹਾਈ ਕੋਰਟ 'ਚ? ਨਹੀਂ ਮੈਂ ਤੁਹਾਨੂੰ ਦੱਸਣਾ when they come on to the TV channels ਨਾ ਮੈਂ ਕਿਸੇ ਦੇ ਐਸਪੀਰੇਸ਼ਨਸ ਨਹੀਂ ਕਾਸਟ ਕਰਦਾ any person who's the spokesperson, but ਥੋੜ੍ਹੇ ਫੈਕਟਸ ਕਰੈਕਟ ਹੋਣੇ ਚਾਹੀਦੇ ਨੇ। ਤੁਸੀਂ ਲੋਕਾਂ ਨੂੰ ਨਾ ਉਹ ਗੱਲ ਦੱਸੋ ਜਿਹੜੀ ਗੱਲ ਹੈ ਨਹੀਂ ਗੀ। ਨਹੀਂ ਮੈਂ ਸਰ ਹੋਰ ਗੱਲ ਕਰ ਰਿਹਾ, ਮੈਂ ਕਹਿ ਰਿਹਾ ਕਿ ਜਿਹੜਾ ਕੰਮ ਤੁਸੀਂ ਹਾਈ ਕੋਰਟ ਦੇ ਜੱਜ ਰਹੇ ਹੋ, ਤੁਸੀਂ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਵੀ ਮੈਂ ਕਰ ਦੇਤਾ, ਦੂਜੇ ਪਾਸੇ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਜੀ ਉਹਨੇ ਕਿਰਾਏ ਤੇ ਦੇਤਾ, ਤੇ ਕੀ ਗੁਨਾਹ ਕਰਤਾ ਜੇ ਮੈਂ ਕਿਰਾਏ ਤੇ ਦੇਤਾ ਭਾਈ? ਚਲੋ ਹੁਣ ਤੁਸੀਂ ਪੁੱਛੋ। ਮੈਂ ਕਹਿ ਰਿਹਾ ਕਿ ਜਿਹੜਾ ਹਾਈ ਕੋਰਟ ਦੇ ਤੁਸੀਂ ਜੱਜ ਰਹੇ ਹੋਗੇ, ਹਾਈ ਕੋਰਟ ਦੇ ਜੱਜਾਂ ਦਾ ਕੰਮ ਬੜਾ, ਮੈਂ ਕਹਿ ਰਿਹਾ ਕਿ ਮੈਨੂੰ ਲੱਗਦਾ ਬੋਰਿੰਗ ਜਿਹਾ ਕੰਮ ਹੁੰਦਾ। ਤੁਹਾਨੂੰ ਕਮਿਸ਼ਨ ਦਾ ਕੰਮ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਤੁਹਾਡਾ ਸਾਰੀ ਉਮਰ ਦਾ ਐਕਸਪੀਰੀਅੰਸ ਹਾਈ ਕੋਰਟ ਨਾਲ ਆ। ਹੁਣ ਤੁਸੀਂ ਇਹ ਕੰਮ ਕਰ ਰਹੇ ਹੋ, ਇਹ ਕੰਮ ਜ਼ਿਆਦਾ ਇੰਟਰਸਟਿੰਗ ਨਹੀਂ ਹੈਗਾ ਜਿਹੜਾ ਤੁਸੀਂ ਕਰ ਰਹੇ ਹੋਗੇ, ਕਿਉਂਕਿ ਇਹਦੇ 'ਚ ਕਿੰਨਾ ਕੁਛ ਹੈਗਾ। ਨਹੀਂ
ਦੇਖੋ ਜੀ ਹਾਈ ਕੋਰਟ ਦੇ ਜੱਜ ਦੀ ਵੀ ਇਟ ਇਜ਼ ਲੋਕ ਸੇਵਾ ਵਾਲੀ ਹੈਗੀ ਹੈ। ਰੋਜ਼ ਇੰਨੇ ਕੇਸ ਕੱਢਣੇ, ਲੋਕਾਂ ਨੂੰ ਰਿਲੀਫ ਦੇਣੀ ਨਾ, ਠੀਕ ਹੈ ਨਾ। ਇੱਕ ਪਾਰਟੀ ਨੂੰ ਤਾਂ ਦੇਣੀ ਹੈ ਨਾ ਰਿਲੀਫ, ਚਾਹੇ ਕੰਪਲੇਨਟ ਹੋਵੇ ਚਾਹੇ ਰਿਸਪੋਂਡੈਂਟ ਹੋਵੇ, ਕਿਸੇ ਨੂੰ ਤਾਂ ਕਿਸੇ ਦਾ ਹੱਕ 'ਚ ਕਰਨਾ ਹੈ। ਇਹ ਤਾਂ ਡਿਵਰਸਿਟੀ ਬੜੀ ਹੈਗੀ, ਇੱਕ ਮਿਲੀਟਸ ਦੇ ਅੰਦਰ ਡਿਵਰਸਿਟੀ ਬੜੀ ਹੋਊ ਨਾ। ਇੱਥੇ ਹੋਰ ਟਾਈਪ ਦਾ ਕੰਮ ਹੈ, ਪਰ ਜਿਹੜੀ ਸਾਡੀ ਜੁਡੀਸ਼ੀਅਲ ਬੈਕਗਰਾਊਂਡ ਹੈ ਉਹ ਸਾਨੂੰ ਬੜਾ ਆਪਣਾ ਕੀ ਕਹਿੰਦੇ ਨੇ ਇਹਦੇ 'ਚ ਇਟ ਇਜ਼ ਹੈਲਪਿੰਗ ਅਸ ਆਊਟ ਹੇਅਰ। ਹਾਂਜੀ, ਥੈਂਕ ਯੂ ਸਰ, ਥੈਂਕ ਯੂ। ਇਹ ਸਨ ਜਸਟਿਸ ਮਹਿਤਾਬ ਸਿੰਘ ਗਿੱਲ। ਜਸਟਿਸ ਮਹਿਤਾਬ ਸਿੰਘ ਗਿੱਲ ਦਾ ਕਹਿਣਾ ਕਿ ਇੰਪੋਰਟੈਂਟ ਕੰਪਲੇਂਟ ਸਾਰੀਆਂ ਨੇ ਦੋ ਵੱਡੇ, ਇੱਕ ਤਾਂ ਉਹਨਾਂ ਦਾ ਕਹਿਣਾ ਕਿ ਸੁਖਬੀਰ ਬਾਦਲ ਤੇ ਵਿਜੇ ਸਾਂਪਲਾ ਝੂਠ ਬੋਲ ਰਹੇ ਨੇ ਬੇਅਦਬੀ ਨੂੰ ਲੈ ਕੇ। ਜੇ ਇੰਟਰਨੈਸ਼ਨਲ ਸਾਜ਼ਿਸ਼ ਸੀ ਤਾਂ ਹੋਮ ਮਿਨਿਸਟਰ ਸੁਖਬੀਰ ਬਾਦਲ ਸੀ, ਵਿਜੇ ਸਾਂਪਲਾ ਮਿਨਿਸਟਰ ਨੇ, ਕਿਉਂ ਜਾ ਕੇ ਰਾਜਨਾਥ ਸਿੰਘ ਨੂੰ ਨਹੀਂ ਦੱਸ ਰਹੇ। ਉਹਨਾਂ ਦਾ ਕਹਿਣਾ ਕਿ ਮੈਨੂੰ ਇਹ ਲੱਗਦਾ ਕਿ ਲੋਕਲ ਆ, ਇਹ ਸਥਾਨਕ ਲੈਵਲ ਦੇ ਉੱਤੇ ਚੀਜ਼ਾਂ ਵਾਪਰੀਆਂ। ਔਰ ਨਾਲ ਉਹਨਾਂ ਦਾ ਕਹਿਣਾ ਕਿ ਸਭ ਤੋਂ ਜ਼ਿਆਦਾ ਕੰਪਲੇਂਟਸ ਜੇ ਕਮਿਸ਼ਨ 'ਚ ਹੁਣ ਤੱਕ ਕਿਸੇ ਲੀਡਰ ਦੇ ਖਿਲਾਫ ਆਈਆਂ ਨੇ ਉਹ ਦੋ ਲੀਡਰ ਨੇ। ਇੱਕ ਲੀਡਰ ਆ ਵਿਰਸਾ ਸਿੰਘ ਵਲਟੋਹਾ, ਜਿਨ੍ਹਾਂ ਦੇ ਪਿੰਡ 'ਚੋਂ ਵੀ ਬਹੁਤ ਸਾਰੀਆਂ ਕੰਪਲੇਂਟਸ ਨੇ। ਦੂਜੇ ਨੇ ਸੁੱਚਾ ਸਿੰਘ ਲੰਗਾਹ, ਉਹਨਾਂ ਬਾਰੇ ਸਾਰਾ ਪੰਜਾਬ ਜਾਣਦਾ ਗਾ, ਸੁੱਚਾ ਸਿੰਘ ਲੰਗਾਹ ਬਾਰੇ। ਤਾਂ ਉਹਨਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਕੰਪਲੇਂਟ ਆਈਆਂ ਨੇ। ਉਹਨਾਂ ਦਾ ਕਹਿਣਾ ਕਿ ਉਹ ਬਿਲਕੁਲ ਨਿਰਪੱਖ ਤਰੀਕੇ ਨਾਲ ਕੰਮ ਕਰ ਰਹੇ ਨੇ, ਐਲੀਗੇਸ਼ਨ ਉਹਨਾਂ 'ਤੇ ਲੱਗਦੇ ਰਹਿਣ। ਘਰ ਦਾ ਵੀ ਲੱਗਿਆ, ਬੇਟੇ ਦਾ ਵੀ ਲੱਗਿਆ, ਔਰ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ। ਉਹਨਾਂ ਦਾ ਕਹਿਣਾ ਕਿ ਮੈਂ ਐਸੇ ਤਰੀਕੇ ਦੇ ਨਾਲ ਕੰਮ ਕਰਦਾ ਰਹਾਂਗਾ। ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ।